लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਗ ਹੈ 558। ਹੁਣ ਤੱਕ 3 ਸ਼ਬਦ ਸੰਪੂਰਨ ਹੋਏ ਨੇ। ਵਡਹੰਸ ਮਹਲਾ ਤੀਜਾ, ਘਰ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਨ ਮੈਲੈ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਵਡਹੰਸ ਮਹੱਲਾ ਤੀਜਾ, ਵਡਹੰਸ ਮਹੱਲਾ ਤੀਜਾ। ਘਰ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪ੍ਰਸਾਦ ਮਨ ਮੈਲੈ ਸਭ ਕਿਛ ਮੈਲਾ, ਤਨ ਧੋਤੈ ਮਨ ਅੱਛਾ ਨਾ ਹੋਏ। ਇਹ ਜਗਤ ਭਰਮ ਭੁਲਾਇਆ, ਵਿਰਲਾ ਬੁਝੈ ਕੋਇ। ਜਪ ਮਨ ਮੇਰਾ ਤੂੰ ਏਕੋ ਨਾਮ, ਸਤਿਗੁਰ ਦਿਆ ਮੋਕੋ ਇਹ ਨਿਦਾਨ। ਰਹਾਉ। ਵਡਹੰਸ ਮਹੱਲਾ ਤੀਜਾ, ਘਰ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਬਾਬਾ ਅਮਰਦਾਸ ਜੀ ਮਹਾਰਾਜ ਦਾ ਇਹ ਸ਼ਬਦ ਪਹਿਲੇ ਘਰ ਵਿੱਚ ਗਾਉਣ ਦੀ ਮਹਾਰਾਜ ਤਕੀਦ ਕਰਦੇ ਨੇ, ਗੁਰੂ ਅਮਰਦਾਸ ਜੀ ਮਹਾਰਾਜ। ਤੇ ਆਰੰਭਤਾ ਕਰਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਪਰਮਾਤਮਾ ਇੱਕ ਹੈ, ਸਰਵ ਵਿਆਪਕ ਹੈ, ਇੱਕ ਰਸ ਹੈ। ਸਤਿਗੁਰੂ ਦੀ ਕਿਰਪਾ ਦੁਆਰਾ ਉਹਦੀ ਬਖਸ਼ਿਸ਼ ਹੁੰਦੀ, ਉਹਦੀ ਪ੍ਰਾਪਤੀ ਹੁੰਦੀ। ਮਨ ਮੈਲੈ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਮਹਾਰਾਜ ਨੇ ਆਰੰਭਤਾ ਕੀਤੀ, ਜੇ ਮਨ ਮੈਲ ਹੈ ਨਾ, ਵਿਕਾਰਾਂ ਨਾਲ ਭਰਿਆ ਹੋਇਆ ਹੈ, ਹਉਮੈ ਨਾਲ ਭਰਿਆ ਹੋਇਆ ਹੈ, ਤਨ ਧੋਣ ਨਾਲ, ਸਰੀਰ ਨੂੰ ਧੋਣ ਨਾਲ, ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਨ ਨਾਲ ਮਨ ਅੱਛਾ ਨਹੀਂ ਹੋ ਸਕਦਾ। ਇਹ ਜਗਤ ਭਰਮ ਭੁਲਾਇਆ, ਵਿਰਲਾ ਬੂਝੈ ਕੋਇ। ਪਰ ਮਹਾਰਾਜ ਕਹਿੰਦੇ ਸੰਸਾਰ ਭਰਮਾਂ 'ਚ ਭੁੱਲਿਆ ਪਿਆ। ਇਸ ਮੈਥਡ ਨੂੰ, ਇਸ ਗੱਲ ਨੂੰ, ਇਸ ਉਪਦੇਸ਼ ਨੂੰ, ਇਸ ਗੁੱਝੀ ਰਮਜ ਨੂੰ ਕਹਿੰਦੇ ਵਿਰਲਾ ਵਿਰਲਾ ਹੀ ਬੁੱਝਦਾ ਹੈ। ਜਿਹੜਾ ਮਨ ਕਾਹਦੇ ਨਾਲ ਧੋਤਾ ਜਾ ਸਕਦਾ ਹੈ? ਤੀਜੇ ਪਾਤਸ਼ਾਹ ਦੇ ਬੋਲ ਨੇ, ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਚਿਤ ਲਾਏ। ਮਨ ਨੂੰ ਧੋਤਾ ਜਾ ਸਕਦਾ ਹੈ, ਪਰ ਗੁਰੂ ਦੇ ਸ਼ਬਦ ਨਾਲ, ਗੁਰੂ ਦੀ ਬਾਣੀ ਨਾਲ, ਵਿਚਾਰ ਨਾਲ। ਪਰ ਅਸੀਂ ਤੇ ਤਨ ਨੂੰ ਚਿੰਬੜੇ ਹੋਏ ਹਾਂ। ਕਹਿੰਦੇ ਤਨ ਧੋਤੇ, ਮਨ ਨਾਲ ਕੋਈ ਸੰਬੰਧ ਨਹੀਂ ਇਹਦਾ। ਪਰ ਇਸ ਭਰਮ ਨੂੰ ਕੋਈ ਵਿਰਲਾ ਵਿਰਲਾ ਹੀ ਇਸ ਭੁਲੇਖੇ ਨੂੰ ਸਮਝਦਾ ਹੈ। ਜਪ ਮਨ ਮੇਰੇ ਤੂੰ ਏਕੋ ਨਾਮ, ਸਤਿਗੁਰ ਦੀਆ ਮੋਕੋ ਇਹ ਨਿਦਾਨ। ਰਹਾਉ ਦੀ ਇਸ ਪੰਕਤੀ ਵਿੱਚ ਮਹਾਰਾਜ ਕਹਿੰਦੇ ਭਾਈ ਮਨ ਨੂੰ ਸੰਬੋਧਨ ਨੇ ਮਨਾ, ਜਪ ਮਨ ਮੇਰੇ ਤੂੰ ਏਕੋ ਨਾਮ। ਉਸ ਇੱਕ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਨੂੰ ਜਪਣਾ ਕਰ ਮਨਾ। ਸਤਿਗੁਰ ਦੀਆ ਮੋਕੋ ਇਹ ਨਿਦਾਨ। ਸਤਿਗੁਰੂ ਦੁਆਰਾ, ਸਤਿਗੁਰੂ ਨੇ ਸਾਨੂੰ ਇਹ ਨਾਮ ਦਾ ਖਜ਼ਾਨਾ ਦੇ ਦਿੱਤਾ। ਸਾਡੇ
ਸਾਹਮਣੇ ਪਿਆ। ਦੇਖੋ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਕਹਿੰਦੇ ਜੇ ਤੂੰ ਅਸਲੀ ਖਜ਼ਾਨਾ ਪ੍ਰਾਪਤ ਕਰਨਾ ਚਾਹੁੰਦਾ ਵੀ ਕਿ ਸਤਿਗੁਰੂ ਨੇ ਸਾਨੂੰ ਦਿੱਤਾ ਹੈ, ਮਨਾ ਇਹਨੂੰ ਜਪਣਾ ਕਰ। ਹਾਂਜੀ। ਸਿੱਧਾ ਕੇ ਆਸਨ ਜੇ ਸਿਖੈ, ਸਿੱਧਾ ਕੇ ਆਸਨ ਜੇ ਸਿਖੈ, ਇੰਦਰੀ ਵਸ ਕਰ ਕਮਾਏ, ਵਸ ਕਰ ਕਮਾਏ। ਮਨ ਕੀ ਮੈਲ ਨਾ ਉਤਰੈ, ਹਉਮੈ ਮੈਲ ਨਾ ਜਾਏ। ਤੇ ਮਹਾਰਾਜ ਨੇ ਪਹਿਲੀ ਉਦਾਹਰਨ ਦਿੱਤੀ, ਸਿੱਧਾ ਕੇ ਆਸਣ ਜੇ ਸਿੱਖੈ, ਇੰਦਰੀ ਵਸ ਕਰ ਕਮਾਏ। ਕਿਉਂਕਿ ਸਿੱਧਾਂ ਦੇ ਯੋਗੀਆਂ ਦੇ 84 ਆਸਨ ਮੰਨੇ ਗਏ ਨੇ। ਕਹਿੰਦੇ ਜੇ ਉਹ ਆਸਨਾਂ ਦੁਆਰਾ ਆਪਣੇ ਆਪ ਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾੜੀ ਲਾ ਕੇ ਬੈਠਦਾ ਹੈ, ਆਪਣੀ ਇੰਦਰੀਆਂ ਨੂੰ ਬਸ ਸਾਰਾ ਜੀਵਨ ਆਪਣਾ ਇੱਧਰ ਨੂੰ ਲਾ ਦਿੱਤਾ ਤੂੰ, ਮਨ ਕੀ ਮੈਲ ਨਾ ਉਤਰੈ, ਹਉਮੈ ਮੈਲ ਨਾ ਜਾਏ। ਕਹਿੰਦੇ ਇਸ ਤਰ੍ਹਾਂ ਮਨ ਦੀ ਮੈਲ ਨਹੀਂ ਉਤਰਦੀ। ਕਿਉਂ? ਸਗੋਂ ਹੋਰ ਹਉਮੈ ਵੱਧ ਗਈ। ਮੈਂ ਇੰਨੇ ਚਿਰ ਤੋਂ ਆਸਣ ਕਰਦਾ ਆ ਰਿਹਾ, ਮੈਂ ਇੰਨੇ ਚਿਰ ਤੋਂ ਭੋਜਨ ਨਹੀਂ ਖਾਧਾ, ਮੈਂ ਇੰਨੇ ਚਿਰ ਤੋਂ ਪਿੰਡ 'ਚ ਨਹੀਂ ਗਿਆ, ਮੈਂ ਇੰਨੇ ਚਿਰ ਤੋਂ ਕਿਸੇ ਦੇ ਮੱਥੇ ਨਹੀਂ ਲੱਗਿਆ। ਕਹਿੰਦੇ ਇਹ ਸਗੋਂ ਹਉਮੈ ਨੇ ਹੋਰ ਪੱਠੇ ਪੈ ਗਏ, ਸਗੋਂ ਮੈਲ ਹੋਰ ਵੱਧ ਗਈ। ਹਾਂਜੀ। इस मन को होर संयम को नाही, इस मन को होर संयम को नाही, बिन सतगुर की सरनाए। सतगुर मिले उल्टी भई, कहना किछु ना जाए। इस मन को होर संयम को नाही, बिन सतगुर की शरण आए। ਤੇ ਬਾਬਾ ਅਮਰਦਾਸ ਜੀ ਮਹਾਰਾਜ ਕਹਿੰਦੇ ਭਾਈ ਇਸ ਮਨ ਨੂੰ ਇਸ ਹਉਮੈ ਤੋਂ, ਇਸ ਵਿਕਾਰਾਂ ਤੋਂ, ਇਸ ਮੈਲ ਤੋਂ ਬਚਾਉਣ ਦਾ ਹੋਰ ਕੋਈ ਵੀ ਤਰੀਕਾ ਨਹੀਂ ਹੈ। ਇਸ ਮਨ ਕੋ ਹੋਰ ਸੰਜਮ ਕੋ ਨਾਹੀ, ਬਿਨ ਸਤਿਗੁਰ ਕੀ ਸ਼ਰਨ ਆਏ। ਸਤਿਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਿਨਾਂ ਮਹਾਰਾਜ ਕਹਿੰਦੇ ਹੋਰ ਕੋਈ ਵੀ ਤਰੀਕਾ ਨਹੀਂ। ਅਸੀਂ ਤਾੜੀਆਂ ਲਾ ਕੇ ਬੈਠੇ ਰਹੇ, ਸਮਾਧੀਆਂ ਲਾ ਕੇ ਬੈਠੇ ਰਹੇ, ਦਾਨ ਪੁੰਨ ਕੀਤਾ, ਤੀਰਥਾਂ ਤੇ ਗਏ, ਸਗੋਂ ਹੋਰ ਮੈਲ ਵੱਧ ਗਈ, ਸਗੋਂ ਹਉਮੈ ਹੋਰ ਵੱਧ ਗਈ। ਕਹਿੰਦੇ ਇੱਕੋ ਇੱਕ ਤਰੀਕਾ ਹੈ, ਉਹ ਹੈ ਸਤਿਗੁਰੂ ਦੀ ਸ਼ਰਨ ਵਿੱਚ ਆਉਣਾ। ਸਤਿਗੁਰ ਮਿਲਿਆ ਉਲਟੀ ਭਈ, ਕਹਿਣਾ ਕਿਛੂ ਨਾ ਜਾਏ। ਕਹਿੰਦੇ ਵੇਖੋ ਜਦੋਂ ਸਤਿਗੁਰੂ ਨੂੰ ਮਿਲਿਆ, ਇਹ ਮਨ ਕਰਕੇ ਜਦੋਂ ਸਤਿਗੁਰੂ ਨਾਲ ਜੁੜੇ, ਬਾਣੀ ਨਾਲ ਜੁੜੇ, ਇਹਦੀ ਬਿਰਤੀ ਬਦਲ ਗਈ, ਇਹਦੀ ਸੋਚ ਬਦਲ ਗਈ, ਜੀਵਨ ਬਦਲ ਗਿਆ। ਕਹਿੰਦੇ ਜਦੋਂ ਉਹ ਸਾਰਾ ਕੁਝ ਬਦਲਾਅ ਆਇਆ ਅੰਦਰ, ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਫਿਰ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਅੰਦਰ ਕੀ ਕੁਝ ਵਾਪਰਿਆ। ਹਾਂਜੀ। ਭਨਤ ਨਾਨਕ ਸਤਿਗੁਰ ਕੋ ਮਿਲ ਦੋ, ਨਾਨਕ ਸਤਿਗੁਰ ਕੋ ਮਿਲ ਦੋ ਮਰੈ। ਗੁਰ ਕੈ ਸ਼ਬਦ ਫਿਰ ਜੀਵੈ ਕੋਏ, ਗੁਰ ਕੈ ਸ਼ਬਦ ਫਿਰ ਜੀਵੈ ਕੋਏ। ਮਮਤਾ ਕੀ ਮਲ ਉਤਰੈ, ਮਮਤਾ ਕੀ ਮਲ ਉਤਰੈ। ਏ ਮਨ ਅੱਛਾ ਹੋਏ, ਭਣਤ ਨਾਨਕ ਸਤਿਗੁਰ ਕੋ ਮਿਲ ਦੋ ਮਰੈ। ਗੁਰ ਕੈ ਸ਼ਬਦ ਫਿਰ ਜੀਵੈ ਕੋਏ। ਭਣਤ ਕਹਿੰਦੇ ਹਨ, ਨਾਨਕ ਕੱਕੇ ਥਲੇ ਔਂਕੜ ਪਾਇਆ ਮਹਾਰਾਜ ਨੇ, ਇਹਦਾ ਮਤਲਬ ਹੈ ਤੀਜੇ ਨਾਨਕ। ਗੁਰੂ ਅਮਰਦਾਸ ਜੀ ਮਹਾਰਾਜ ਜੀ ਗੱਲ ਕਹਿੰਦੇ ਨੇ ਕਿ ਸਤਿਗੁਰੂ ਕੋ ਮਿਲ ਦੋ ਮਰੈ। ਸਤਿਗੁਰੂ ਨੂੰ ਮਿਲਦਿਆਂ ਹੀ ਇਹ ਮਰ ਜਾਂਦਾ ਹੈ, ਇਹਦੀ ਮੈਂ ਮਰ ਜਾਂਦੀ, ਹਉਮੈ ਮਰ ਜਾਂਦੀ ਹੈ, ਖਤਮ ਹੋ ਜਾਂਦਾ ਹੈ। ਸਤਿਗੁਰੂ ਨੂੰ ਭਣਤ ਨਾਨਕ ਸਤਿਗੁਰੂ ਕੋ ਮਿਲ ਦੋ ਮਰੈ। ਗੁਰ ਕੈ ਸ਼ਬਦ ਫਿਰ ਜੀਵੈ ਕੋਏ। ਮਾਰੇ ਕਹਿੰਦੇ ਫਿਰ ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੇ ਦੱਸੇ ਮਾਰਗ ਦੇ ਅਨੁਸਾਰ ਜਦੋਂ ਕੋਈ ਜਿਉਂਦਾ ਹੈ
ਮਮਤਾ ਕੀ ਮਲ ਉਤਰੈ ਇਹ ਮਨ ਹੱਛਾ ਹੋਏ। ਉਦੋਂ ਫਿਰ ਇਹਦੀ ਮੈਲ ਜਿਹੜੀ ਮਮਤਾ ਦੀ ਹੈ, ਮੈਂ ਮੇਰੀ ਦੀ, ਆਪਣਤ ਦੀ, ਕਿ ਆ ਵੀ ਮੇਰਾ ਹੈ, ਉਹ ਵੀ ਮੇਰਾ ਹੈ, ਕਹਿੰਦੇ ਇਹ ਮੈਲ ਉਤਰ ਗਈ। ਇਹ ਮਨ ਹੁਣ ਸਾਫ਼ ਹੋ ਗਿਆ, ਸ਼ੁੱਧ ਹੋ ਗਿਆ, ਅੱਛਾ ਹੋ ਗਿਆ। ਮੈਂ ਕਹਿੰਦੇ ਇਸ ਤਰ੍ਹਾਂ ਹੋਏਗਾ। ਨਹੀਂ ਤੇ ਮਹਾਰਾਜ ਕਹਿੰਦੇ ਜੇ ਬਾਹਰਲੇ ਸਰੀਰ ਤੱਕ ਸੀਮਿਤ ਰਹੇ ਆ, ਤੀਰਥਾਂ ਦੇ ਜਾਣ ਦੀ ਮਹਾਰਾਜ ਗੱਲ ਕਰਦੇ ਨੇ, ਤੀਰਥ ਨਹਾਵਣ ਜਾਓ ਤਾਂ ਤੀਰਥ ਨਾਮ ਹੈ। ਇਸ ਕਰਕੇ ਨਾਮ ਨਾਲ ਜੁੜਨਾ ਕਰ, ਸਤਿਗੁਰੂ ਨਾਲ ਜੁੜਨਾ ਕਰ, ਬਾਣੀ ਨਾਲ ਜੁੜਨਾ ਕਰ, ਤਾਂ ਇਹ ਮਨ ਸਾਫ਼ ਹੋ ਸਕਦਾ ਹੈ, ਤਾਂ ਇਹ ਮਨ ਪਵਿੱਤਰ ਹੋ ਸਕਦਾ ਹੈ। ਪੰਛੀ ਵਡਹੰਸ ਮਹੱਲਾ ਤੀਜਾ। ਨਦਰੀ ਸਤਿਗੁਰ ਸੇਵੀਐ ਨਦਰੀ ਸਤਿਗੁਰ ਸੇਵੀਐ ਨਦਰੀ ਸੇਵਾ ਹੋਏ ਨਦਰੀ ਸੇਵਾ ਹੋਏ ਨਦਰੀ ਏ ਮਨ ਵਸ ਆਵੈ ਨਦਰੀ ਮਨ ਨਿਰਮਲ ਹੋਏ ਮੇਰੇ ਮਨ ਚੇਤ ਸੱਚਾ ਸੋਏ ਏਕੋ ਚੇਤੈ ਤਾ ਸੁਖ ਪਾਵੈ ਫਿਰ ਦੁਖ ਨਾ ਮੂਲੇ ਹੋਏ ਰਹਾਉ। ਵਡਹੰਸ ਮਹੱਲਾ ਤੀਜਾ। ਨਦਰੀ ਸਤਿਗੁਰ ਸੇਵੀਐ ਨਦਰੀ ਸੇਵਾ ਹੋਏ। ਤੇ ਜੇ ਕੋਈ ਕਹੇ ਕਿ ਮੈਂ ਕਰ ਲਵਾਂਗਾ, ਫਿਰ ਕਿਸ ਤਰ੍ਹਾਂ ਹੋਏਗਾ ਇਹ ਮਨ? ਮਹਾਰਾਜ ਕਹਿੰਦੇ ਇਹ ਇਸ ਤਰ੍ਹਾਂ ਹੋਏਗਾ ਜਦੋਂ ਉਹ ਮਿਹਰ ਦੀ ਨਦਰ ਕਰਦਾ ਹੈ। ਨਾਨਕ ਨਦਰੀ ਨਦਰ ਨਿਹਾਲ। ਉਸ ਵਾਹਿਗੁਰੂ ਅਕਾਲ ਪੁਰਖ ਦੀ ਕਿਤੇ ਮਿਹਰ ਦੀ ਨਦਰ ਹੋ ਜਾਏ, ਨਦਰੀ ਉਹਦੀ ਨਦਰ ਨਾਲ ਹੀ ਸਤਿਗੁਰ ਸੇਵੀ ਹੈ, ਉਹਦੀ ਨਦਰ ਹੈ, ਉਹਦੀ ਮਿਹਰ ਹੈ, ਤਾਂ ਅਸੀਂ ਸਤਿਗੁਰੂ ਨੂੰ ਸਿਮਰਦੇ ਹਾਂ, ਬਾਣੀ ਨੂੰ ਪੜ੍ਹਦੇ ਹਾਂ, ਵਿਚਾਰਦੇ ਹਾਂ। ਜਦੋਂ ਸਾਡਾ ਮਨ ਕਰੇ ਬਾਣੀ ਪੜ੍ਹਨ ਨੂੰ, ਜਦੋਂ ਸਾਡਾ ਮਨ ਕਰੇ ਸਿਮਰਨ ਕਰਨ ਨੂੰ, ਜਦੋਂ ਸਾਡਾ ਮਨ ਕਰੇ ਵਿਚਾਰ ਕਰਨ ਨੂੰ, ਤਾਂ ਇਹਦਾ ਮਤਲਬ ਹੈ ਅੰਦਰ ਉਸ ਮਾਲਿਕ ਦੀ ਮਿਹਰ ਹੈ। ਨਦਰੀ ਸਤਿਗੁਰ ਸੇਵੀ ਹੈ ਨਦਰੀ ਸੇਵਾ ਹੋਏ। ਉਹਦੀ ਨਦਰ ਨਾਲ ਹੀ ਸਿਮਰਨ ਹੁੰਦਾ ਹੈ, ਸੇਵਾ ਹੁੰਦੀ ਹੈ। ਨਦਰੀ ਇਹ ਮਨ ਵਸ ਆਵੈ ਨਦਰੀ ਮਨ ਨਿਰਮਲ ਹੋਏ। ਉਹਦੀ ਨਦਰ ਨਾਲ ਹੀ ਇਹ ਮਨ ਵਸ ਵਿੱਚ ਆਉਂਦਾ ਹੈ। ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਉਹਦੀ ਕਿਰਪਾ ਤੋਂ ਬਿਨਾਂ, ਨਦਰ ਤੋਂ ਬਿਨਾਂ ਇਹ ਮਨ ਵਸ ਵਿੱਚ ਨਹੀਂ ਆ ਸਕਦਾ। ਤੇ ਮਾਰੇ ਕਹਿੰਦੇ ਉਹਦੀ ਨਦਰ ਹੋ ਜਾਏ, ਇਹ ਮਨ ਪਵਿੱਤਰ ਹੋ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ। ਮੇਰੇ ਮਨ ਚੇਤ ਸੱਚਾ ਸੋਏ ਏਕੋ ਚੇਤੈ ਤਾਂ ਸੁਖ ਪਾਵੈ ਫਿਰ ਦੁਖ ਨਾ ਮੂਲੇ ਹੋਏ। ਬਾਬਾ ਅਮਰਦਾਸ ਜੀ ਮਹਾਰਾਜ ਮਨ ਨੂੰ ਸੰਬੋਧਨ ਨੇ ਮਨਾ, ਉਸ ਇੱਕ ਵਾਹਿਗੁਰੂ ਅਕਾਲ ਪੁਰਖ ਨੂੰ ਸਿਮਰਨਾ ਕਰ ਚੇਤਨਤਾ ਨਾਲ, ਜਿਹੜਾ ਕਿ ਸੱਚਾ ਹੈ, ਹਮੇਸ਼ਾ ਰਹਿਣ ਵਾਲਾ। ਮੇਰੇ ਮਨ ਚੇਤ ਸੱਚਾ ਸੋਏ। ਝੂਠੇ ਦੀ ਗੱਲ ਨਹੀਂ ਹੋ ਰਹੀ। ਆਦ ਸੱਚ ਜੁਗਾਦ ਸੱਚ ਐ ਵੀ ਸੱਚ ਨਾਨਕ ਸੋਸੀ ਵੀ ਸੱਚ। ਉਸ ਮਾਲਿਕ ਨੂੰ, ਉਸ ਪ੍ਰਭੂ ਨੂੰ ਸਿਮਰਨਾ ਕਰ। ਏਕੋ ਚੇਤੈ ਤਾਂ ਸੁਖ ਪਾਵੈ। ਜਦੋਂ ਤੂੰ ਉਸ ਇੱਕ ਨੂੰ ਚੇਤੇ ਕਰੇਗਾ, ਸਿਮਰੇਗਾ, ਤਾਂ ਸੁਖ ਪ੍ਰਾਪਤ ਕਰ ਲਏਗਾ। ਫਿਰ ਦੁੱਖ ਨਾ ਮੂਲੇ ਹੋਏ। ਕਹਿੰਦੇ ਫਿਰ ਮੁੱਢੋਂ ਹੀ ਤੈਨੂੰ ਮੁੜ ਕੇ ਕਦੇ ਦੁੱਖ ਨਹੀਂ ਹੋਏਗਾ। ਤੂੰ ਦੁੱਖਾਂ ਵਿੱਚ ਵਿਆਪਤ ਨਹੀਂ ਹੋ ਸਕਦਾ। ਰਹਾਉ ਦੀ ਪੰਕਤੀ ਮਾਰੇ ਨੇ ਇੱਥੋਂ ਆਰੰਭ ਕੀਤੀ। ਨਦਰੀ ਮਰ ਕੈ ਜੀਵੀਐ ਨਦਰੀ ਮਰ ਕੈ ਜੀਵੀਐ ਨਦਰੀ ਸ਼ਬਦ ਵਸੈ ਮਨ ਆਏ ਨਦਰੀ ਸ਼ਬਦ ਵਸੈ ਮਨ ਆਏ ਨਦਰੀ ਹੁਕਮ ਬੁਝੀਐ ਨਦਰੀ ਹੁਕਮ ਬੁਝੀਐ ਹੁਕਮੈ ਰਹੈ ਸਮਾਏ ਨਦਰੀ ਮਰ ਕੈ ਜੀਵੀਐ ਨਦਰੀ ਸ਼ਬਦ ਵਸੈ ਮਨ ਆਏ। ਬਾਬਾ ਅਮਰਦਾਸ ਜੀ ਮਹਾਰਾਜ ਕਹਿੰਦੇ ਜੇ ਉਹਦੀ ਨਦਰ ਹੋ ਜਾਏ, ਉਹਦੀ ਮਿਹਰ ਹੋ ਜਾਏ, ਉਹਦੀ ਕਿਰਪਾ ਹੋ ਜਾਏ, ਕਹਿੰਦੇ ਤਾਂ ਹੀ ਮਰ ਕੇ ਜਿਉਇਆ ਜਾ ਸਕਦਾ ਹੈ। ਇਹ ਮਨ ਨੂੰ ਬਸ ਵਿੱਚ ਕਰਕੇ, ਕਾਬੂ ਵਿੱਚ ਕਰਕੇ ਉਹ ਜੀਵਨ ਜਿਹੜਾ ਜਿਉਣਾ ਹੈ ਨਾ,
ਕਹਿੰਦੇ ਉਹਦੀ ਨਜ਼ਰ ਨਾਲ ਹੈ। ਨਦਰੀ ਸ਼ਬਦ ਵਸੈ ਮਨ ਆਏ, ਉਹਦੀ ਨਜ਼ਰ ਹੁੰਦੀ ਤੇ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਸਾਡੇ ਮਨ ਵਿੱਚ ਵਸਦਾ ਹੈ। ਨਦਰੀ ਹੁਕਮ ਬੁੱਝੀਐ ਹੁਕਮੇ ਰਹਿ ਸਮਾਏ, ਇਹ ਉਹਦੀ ਨਜ਼ਰ ਥੱਲੇ ਰਹਿੰਦਿਆਂ ਹੋਇਆਂ ਹੀ ਉਹਦੇ ਹੁਕਮ ਨੂੰ ਬੁੱਝਿਆ ਜਾ ਸਕਦਾ ਹੈ। ਇਹਨੇ ਇਸ ਤਰ੍ਹਾਂ ਬੁੱਝਿਆ ਜਾ ਸਕਦਾ ਹੈ, ਇਸ ਕਰਕੇ ਉਹਦੀ ਨਜ਼ਰ ਜਦੋਂ ਮਾਲਕ ਦੀ ਹੁੰਦੀ, ਹੁਕਮੇ ਰਹਿ ਸਮਾਏ, ਉਦੋਂ ਜੀਵ ਉਹਦੇ ਹੁਕਮ ਵਿੱਚ ਸਮਾਇਆ ਰਹਿੰਦਾ ਹੈ, ਉਹਦੇ ਹੁਕਮ ਵਿੱਚ ਟਿਕਿਆ ਰਹਿੰਦਾ ਹੈ। ਹਾਂਜੀ। ਜਿਨ ਜਿਹਵਾ ਹਰ ਰਸਨਾ ਚਖਿਓ, ਜਿਨ ਜਿਹਵਾ ਹਰ ਰਸਨਾ ਚਖਿਓ, ਸਾ ਜਿਹਵਾ ਜਲ ਜਾਓ, ਅਨ ਰਸ ਸਾਦੇ ਲਗ ਰਹੀ, ਦੁਖ ਪਾਇਆ ਦੂਜੈ ਪਾਏ, ਜਿਨ ਜਿਹਵਾ ਹਰ ਰਸ ਨ ਚਖਿਓ, ਸਾ ਜਿਹਵਾ ਜਲ ਜਾਓ। ਕਿਉਂਕਿ ਸ਼ਬਦ ਦੀ ਵਿਚਾਰ ਕਰਦੇ ਆ, ਵੇਖੋ ਮਨ ਵਿੱਚ ਵਿਚਾਰਾਂ ਆਉਂਦੀਆਂ ਨੇ ਵੀ ਫਿਰ ਤੇ ਜੀ ਆਪਾਂ ਨੇ ਕੀ ਕਰਨਾ, ਉਹਦੀ ਨਜ਼ਰ ਹੋਏਗੀ ਤੇ ਬਾਣੀ ਪੜਾਂਗੇ, ਉਹਦੀ ਨਜ਼ਰ ਹੋਏਗੀ ਤਾਂ ਅਸੀਂ ਗੁਰਦੁਆਰਾ ਸਾਹਿਬ ਆਵਾਂਗੇ, ਸੰਗਤ ਵਿੱਚ ਆਵਾਂਗੇ। ਉਹਦੀ ਨਜ਼ਰ, ਜਿਹੜੇ ਚਲਾਕ ਲੋਕ ਨੇ ਉਹ ਇਹੀ ਤਾਂ ਕਹਿੰਦੇ ਨੇ, ਆ ਦੇਖੋ ਜੀ ਬਾਣੀ 'ਚ ਕਹਿੰਦੇ ਨੇ, ਪਰ ਮਹਾਰਾਜ ਨੇ ਇੱਕੋ ਗੱਲ ਕਹੀ। ਕਿਉਂਕਿ ਜਦੋਂ ਰਹਾਉ ਦੀ ਪੰਕਤੀ ਵਿੱਚ ਮਹਾਰਾਜ ਨੇ ਪਹਿਲੀ ਗੱਲ ਕਹੀ, ਮੇਰੇ ਮਨ ਚੇਤ ਸੱਚਾ ਸੋਏ। ਸਿਮਰਨਾ ਕਿਵੇਂ ਹੈ? ਪਹਿਲੀ ਗੱਲ ਆਰੰਭਤਾ ਇਸ ਜ਼ੁਬਾਨ ਨਾਲ, ਇਸ ਸਰੀਰ ਨੂੰ, ਇਸ ਮਨ ਨੂੰ ਜੋ ਕੁਝ ਵੀ ਪ੍ਰਾਪਤ ਹੁੰਦਾ ਹੈ ਇਹ ਜ਼ੁਬਾਨ ਦੁਆਰਾ ਹੁੰਦਾ ਹੈ। ਜ਼ੁਬਾਨ ਦਾ ਰਸ ਹੈ, ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ। ਇਹ ਜ਼ੁਬਾਨ ਨਾਲ ਸਾਡੇ ਤਨ 'ਤੇ ਵੀ ਪ੍ਰਭਾਵ ਪੈਂਦਾ ਹੈ, ਸਾਡੇ ਮਨ 'ਤੇ ਵੀ ਪੈਂਦਾ ਹੈ। ਅਤੇ ਮਹਾਰਾਜ ਨਾਲ ਉਹਦਾ ਸਾਨੂੰ ਹੀਲਾ ਦੱਸ ਦਿੱਤਾ ਕਿ ਇਸ ਜ਼ੁਬਾਨ ਨਾਲ ਸਿਮਰਨਾ ਕਰ। ਪਹਿਲੀ ਗੱਲ ਕੀਤੀ ਮਹਾਰਾਜ ਨੇ, ਜਿਨ ਜੇਬਾ ਹਰ ਰਸ ਨਾ ਚਖਿਓ, ਜਿਨ੍ਹਾਂ ਨੇ ਇਸ ਜੀਭ ਨਾਲ ਪਰਮਾਤਮਾ ਦੇ ਉਸ ਨਾਮ ਰਸ ਨੂੰ ਨਹੀਂ ਚਖਿਆ, ਸਾ ਜੇਬਾ ਜਲ ਜਾਓ, ਕਹਿੰਦੇ ਉਹ ਜੀਭਾ ਫਿਰ ਜਲ ਕਿਉਂ ਨਹੀਂ ਜਾਂਦੀ। ਅਨ ਰਸ ਸਾਦੇ ਲੱਗ ਰਹੀ, ਦੁੱਖ ਪਾਇਆ ਦੂਜੈ ਪਾਏ। ਕਹਿੰਦੇ ਦੁੱਖਾਂ ਦਾ ਕਾਰਨ ਜੀਭ ਹੈ, ਕਿਉਂਕਿ ਅਨਰਸ ਹੋਰ ਰਸਾਂ ਵਿੱਚ ਲੱਗੀ ਹੋਈ ਹੈ। ਇਹ ਜੇਬਾ ਤੂੰ ਅਨਰਸ ਰਾਤ 'ਚ ਰਹੀ, ਤੇਰੀ ਪਿਆਸ ਨਾ ਜਾਏ। ਉਹ ਤੇ ਨਿੰਦਿਆ, ਈਰਖਾ, ਵਕੀਲੀ, ਚੁਗਲੀ, ਹੋਰ ਵਿਕਾਰਾਂ ਵਾਲੀਆਂ ਗੱਲਾਂ, ਉਧਰ ਨੂੰ ਤੇ ਜ਼ਬਾਨ ਕੈਂਚੀ ਵਾਂਗੂ ਚੱਲਦੀ। ਉੱਥੇ ਨਹੀਂ ਥਿੜਕਦੀ ਜ਼ਬਾਨ ਸਾਡੀ, ਥਿੜਕਦੀ ਕਿੱਥੇ ਆ ਕੇ ਬਾਣੀ 'ਤੇ। ਉੱਥੇ ਸਾਨੂੰ ਫਿਰ ਸ਼ਬਦ ਉਚਾਰਨ ਨਹੀਂ ਕਰਨੇ, ਉੱਥੇ ਬੋਲਦੀ ਨਹੀਂ ਜ਼ਬਾਨ। ਉੱਥੇ ਕਿਉਂ ਨਹੀਂ ਬੋਲਦੀ? ਕਿਉਂਕਿ ਉੱਧਰ ਨੂੰ ਬੋਲਣਾ ਨਹੀਂ ਚਾਹੁੰਦੀ, ਇਹਨੂੰ ਅਜੇ ਰਸ ਨਹੀਂ ਆਇਆ। ਜਿਨ੍ਹਾਂ ਨੂੰ ਨਾਮ ਰਸ ਆਇਆ ਉਹਨਾਂ ਨੇ ਦੁਨੀਆ ਦੇ ਰਸ ਤਿਆਗ ਦਿੱਤੇ। ਅਤੇ ਮਹਾਰਾਜ ਨੇ ਬੜੇ ਸਖਤ ਲਫ਼ਜ਼ ਵਰਤੇ ਕਿ ਜੇ ਇਹ ਜੀਭਾ ਨੇ ਉਸ ਪਰਮਾਤਮਾ ਨਾਮ ਰਸ ਨੂੰ ਨਹੀਂ ਚੱਖਿਆ, ਇਹ ਜਾਲੀ ਕਿਉਂ ਨਹੀਂ ਜਾਂਦੀ? ਇਹ ਜਾਲੀ ਕਿਉਂ ਨਹੀਂ ਜਾਂਦੀ? ਮਹਾਰਾਜ ਕਹਿੰਦੇ ਫਿਰ ਇਸ ਕਰਕੇ ਦੁੱਖ ਇਹਨੂੰ ਦੂਜੇ ਭਾਵ ਵਿੱਚ ਹੈ। ਇਹ ਨਾਮ ਰਸ ਨੂੰ ਛੱਡ ਕੇ ਹੋਰ ਰਸਾਂ ਵਿੱਚ ਪਈ ਹੋਈ ਜ਼ੁਬਾਨ ਦੁੱਖਾਂ ਦਾ ਕਾਰਨ ਬਣ ਗਈ, ਕਿਉਂਕਿ ਦੂਜੇ ਭਾਵ ਵਿੱਚ ਭਾਵ ਪਰਮਾਤਮਾ ਨੂੰ ਛੱਡ ਕੇ ਹੋਰ ਪ੍ਰੇਮ ਵਿੱਚ ਪਈ ਹੋਈ ਹੈ। ਹਾਂਜੀ। ਸਭਨਾ ਨਦਰ ਏਕ ਹੈ, ਨਦਰ ਏਕ ਹੈ, ਆਪੇ ਫਰਕ ਕਰੇ, ਨਾਨਕ ਸਤਿਗੁਰ ਮਿਲਿਆ ਫਲ ਪਾਇਆ, ਨਾਨਕ ਸਤਿਗੁਰ ਮਿਲਿਆ ਫਲ ਪਾਇਆ, ਨਾਮ ਵਡਾਈ ਦੇ, ਸਭਨਾ ਨਦਰ ਏਕ ਹੈ, ਆਪੇ ਫਰਕ ਕਰੇ। ਬਾਬਾ ਅਮਰਦਾਸ ਜੀ ਮਹਾਰਾਜ ਕਹਿੰਦੇ ਭਾਈ ਉਸ ਵਾਹਿਗੁਰੂ ਅਕਾਲ ਪੁਰਖ ਦੀ ਨਜ਼ਰ ਸਾਰਿਆਂ ਉੱਤੇ ਹੀ ਹੈ। ਇਹ ਨਹੀਂ ਕਹਿ ਸਕਦੇ ਕਿ ਉਹਦੀ ਨਜ਼ਰ ਥੱਲੇ ਨਹੀਂ ਹੈ, ਕਿਉਂਕਿ ਜਿੰਨੀ ਦੁਨੀਆ ਦੇ ਜੀਵ ਨੇ ਉਸ ਮਾਲਿਕ ਦੀ ਨਜ਼ਰ ਹੇਠ ਹੀ ਨੇ ਸਾਰੇ। ਆਪੇ ਫਰਕ ਕਰੇ, ਪਰ ਫਰਕ ਆਪਣੇ ਆਪ ਹੀ ਪੈ ਗਏ ਸਾਡੇ। ਦੇਖੋ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਨਾਮ।
ਅਸੀਂ ਵਿਛੜੇ ਸਾਂ ਕਿਰਤ ਕਰਮ ਕਰਕੇ, ਆਪਣੇ ਸੁਭਾਅ ਕਰਕੇ, ਆਪਣੇ ਕਰਮਾਂ ਕਰਕੇ ਅਸੀਂ ਵੱਖੋ ਵੱਖ ਹੁੰਦੇ ਗਏ, ਡਿਵਾਈਡੇਸ਼ਨ ਹੁੰਦੀਆਂ ਗਈਆਂ ਸਾਡੀਆਂ ਅੰਦਰੋਂ। ਕਹਿੰਦੇ ਇਹ ਕਰਨ ਵਾਲਾ ਵੀ ਉਹ ਆਪ ਹੈ। ਨਾਨਕ ਸਤਿਗੁਰ ਮਿਲਿਆ ਫਲ ਪਾਇਆ, ਨਾ ਵਡਾਈ ਦੇ। ਤੇ ਤੀਜੇ ਨਾਨਕ ਮਹਾਰਾਜ ਕਹਿੰਦੇ ਭਾਈ ਸਤਿਗੁਰੂ ਨੂੰ ਮਿਲਣ ਨਾਲ ਨਾਮ ਰੂਪੀ ਫਲ ਮਿਲ ਗਿਆ, ਉਹ ਪ੍ਰਾਪਤ ਹੋਇਆ। ਉਹ ਫਿਰ ਨਾਮ ਦੀ ਵਡਿਆਈ ਦਿੰਦਾ ਹੈ। ਉਹ ਵਡਿਆਈਆਂ ਉਸ ਮਾਰਗ ਦਰ ਤੋਂ ਆਪ ਪ੍ਰਾਪਤ ਹੁੰਦੀਆਂ ਨੇ। ਇਸ ਕਰਕੇ ਸਤਿਗੁਰੂ ਨੂੰ ਮਿਲਣ ਨਾਲ ਹੀ ਹਰ ਚੀਜ਼ ਦੀ ਪ੍ਰਾਪਤੀ ਹੈ, ਸੁੱਖ ਦੀ ਪ੍ਰਾਪਤੀ ਹੈ। ਸਤਿਗੁਰੂ ਨੂੰ ਮਿਲਣ ਨਾਲ ਹੀ ਨਾਮ ਦੀ ਪ੍ਰਾਪਤੀ ਹੈ। ਸਤਿਗੁਰ ਕੀ ਹੈ? ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਮ। ਮਹਾਰਾਜ ਨੇ ਬੜੇ ਸਪਸ਼ਟ ਲਫ਼ਜ਼ਾਂ 'ਚ ਹਰ ਚੀਜ਼ ਨੂੰ ਉਹਦੀ ਡੈਫੀਨੇਸ਼ਨ ਦਿੱਤੀ ਹੈ। ਹਰ ਚੀਜ਼ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਏਕੋ ਨਾਮ ਹੁਕਮ ਹੈ, ਸਤਿਗੁਰੂ ਦੀਆ ਬੁਝਾਏ ਜੀਓ। ਕਿਸੇ ਕੋਲੋਂ ਪੁੱਛਣ ਦੀ ਕੀ ਜ਼ਰੂਰਤ ਪੈ ਗਈ ਸਾਨੂੰ? ਸਾਨੂੰ ਮਹਾਰਾਜ ਨੇ ਸਪਸ਼ਟ ਲਫ਼ਜ਼ਾਂ ਵਿੱਚ ਕਹਿ ਦਿੱਤਾ ਕਿ ਸਤਿਗੁਰ ਬਚਨ ਹੈ ਸਤਿਗੁਰ। ਸਤਿਗੁਰੂ ਦੇ ਬੋਲ ਹੀ ਤੇ ਸਤਿਗੁਰ ਨੇ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਪਰ ਅਸੀਂ ਬੇਭਾਗ ਲੋਕ, ਦੇਖੋ ਪੰਜਾਬ ਦੇ ਜਿੱਥੇ ਕਿ ਇਹ ਰਚੀ ਗਈ ਰਚਨਾ, ਇੱਕ ਬੜੇ ਵੱਡੇ ਦੁੱਖ ਦੀ ਗੱਲ ਸਾਨੂੰ ਇਹ ਹੈ ਕਿ ਅਸੀਂ ਉਹਨਾਂ ਲੋਕਾਂ ਤੱਕ ਜਾਂ ਤਾਂ ਪਹੁੰਚਾ ਨਹੀਂ ਸਕੇ ਤੇ ਜਾਂ ਉਹਨਾਂ ਦੋਖੀਆਂ ਨੂੰ ਇਹ ਹਜਮ ਨਹੀਂ ਹੋਈ। ਬਹੁਤੇ ਲੋਕ ਪੁੱਛਦੇ ਨੇ ਇਹ ਗੱਲ ਨੂੰ ਕਿ ਜੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਜੋ ਹਮਲੇ ਹੋ ਰਹੇ ਨੇ ਉਹ ਕਿਉਂ ਹੋ ਰਹੇ ਨੇ? ਪੰਚਮ ਪਾਤਸ਼ਾਹ ਨੂੰ ਅਸੀਂ ਸ਼ਾਂਤੀ ਦੇ ਪੁੰਜ ਆਖਦੇ ਹਾਂ। ਉਹਨਾਂ ਨੂੰ ਤਤੀ ਤਵੀ ਤੇ ਕਿਉਂ ਬਿਠਾਇਆ ਗਿਆ? ਕੀ ਕਾਰਨ ਸਨ? ਸਭ ਤੋਂ ਵੱਡਾ ਕਾਰਨ ਇਹੀ ਸੀ ਕਿ ਦੋਖੀਆਂ ਨੂੰ ਇਹ ਗੱਲ ਚੰਗੀ ਨਾ ਲੱਗੀ ਕਿ ਜਿਨ੍ਹਾਂ ਨੂੰ ਅਸੀਂ ਮੰਦਰਾਂ ਵਿੱਚ ਨਹੀਂ ਵੜਨ ਦਿੱਤਾ, ਕਿਉਂਕਿ ਸਾਡੇ ਦੇਸ਼ ਵਿੱਚ ਜਾਤ ਪਾਤ ਦਾ ਕੋਡ ਜਿਹੜਾ ਨਾ ਅਜੇ ਗਿਆ ਨਹੀਂ। ਜਾਤ ਪਾਤ ਦਾ ਕੋਡ ਨਹੀਂ ਗਿਆ। ਉਹਨਾਂ ਦੀ ਬਾਣੀ ਪੰਚਮ ਪਾਤਸ਼ਾਹ ਨੇ ਸੰਪਾਦਨ ਕਰ ਦਿੱਤੀ, ਬਰਾਬਰ ਲਿਆਕੜੀ ਕੀਤੀ ਮਹਾਰਾਜ ਦੇ ਬਰਾਬਰ ਨੇ। ਇਸ ਕਰਕੇ ਅਸੀਂ ਅੱਜ ਵੀ ਲੱਗੇ ਹੋਏ ਹਾਂ। ਅਸੀਂ ਰਵਿਦਾਸ ਜੀ ਦੀ ਬਾਣੀ ਕੱਢਣ ਦੇ ਚੋਰ 'ਚ ਪਏ ਹੋਏ ਹਾਂ। ਨਾਮਦੇਵ ਦੀ ਬਾਣੀ ਵੱਖਰੀ ਕੱਢਣ ਦੇ ਜਾਤਾਂ ਦੇ ਆਧਾਰ 'ਤੇ ਲੱਗੇ ਹੋਏ ਹਾਂ। ਇਹ ਇੱਕ ਚਾਲ ਹੈ, ਇੱਕ ਬਹੁਤ ਵੱਡੀ ਸਾਨੂੰ ਕੋੜ ਫਿਰ ਚਿੰਬੜ ਗਿਆ। ਸਾਨੂੰ ਜਿਸ ਕੋੜ ਤੋਂ ਮਹਾਰਾਜ ਨੇ ਬਚਾਇਆ ਸੀ, ਇਹ ਪੰਜਾਬ ਵਸਦਾ ਗੁਰਾਂ ਦੇ ਨਾਂ, ਅਸੀਂ ਉਸ ਗੁਰੂ ਨੂੰ ਭੁੱਲਣ ਲੱਗੇ ਹੋਏ ਹਾਂ। ਕਿਤੇ ਇਹ ਨਾ ਹੋ ਜਾਈਏ ਕਿ ਅਸੀਂ ਅਕਿਰਤ ਕਣਾ 'ਚ ਆ ਜਾਈਏ। ਇਸ ਕਰਕੇ ਬਾਣੀ ਨਿਰੰਕਾਰ ਸਰੂਪ ਹੈ, ਇਹਦਾ ਸਤਿਕਾਰ ਕਰਨਾ ਬਣਦਾ, ਇਹਦੀ ਇੱਜ਼ਤ ਕਰਨੀ ਬਣਦੀ। ਤੇ ਜੇ ਫਿਰ ਜੇ ਮਹਾਰਾਜ ਸਾਨੂੰ ਇਹ ਵੀ ਸਮਝਾਇਆ ਗੁਰੂ ਨਾਨਕ ਪਾਤਸ਼ਾਹ ਨੇ ਕਿ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਜੇ ਅਸੀਂ ਸਿਰ ਦੇਣ ਜਾਣਦੇ ਹਾਂ, ਲੈਣੇ ਵੀ ਆਉਂਦੇ ਨੇ ਫਿਰ ਸਾਨੂੰ। ਇਹ ਗੱਲ ਚੇਤੇ ਕਰ ਲੈਣ ਉਹ ਦੋਖੀ ਲੋਕ, ਫਿਰ ਸਾਨੂੰ ਸਿਰ ਲੈਣੇ ਵੀ ਆਉਂਦੇ ਨੇ। ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਸੋ ਸਮਾਂ ਜਿਹੜਾ ਹੈ ਉਹ ਇੰਨਾ ਹੈ। ਹੋਈਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। मेरे राम हम बारक हर प्रभ के हैं ए आणे। हम बारक हर प्रभ के हैं ए आणे।